ਇਹਨਾਂ ਦੀਆਂ ਲੋਕ ਧਾਰਾ ਸੱਭਿਆਚਾਰ ਨਾਲ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਇਹ ਬਹੁਤ ਹੀ ਲੋਕ ਧਾਰਾ ਦੇ ਅੰਤ ਤੱਕ ਖੋਜੀ ਰਹੇ, ਠੀਕ ਆ। ਔਰ ਡਿਗਰੀਆਂ ਅਤੇ ਜਿਹੜੇ ਰੁਤਬੇ ਨੇ ਉਹਨਾਂ ਤੋਂ ਇਹ ਨਿਰਲੇਪ ਰਹੇ ਨੇ। ਔਰ ਇਹਨਾਂ ਬਾਰੇ ਡਿਟੇਲ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਵਾ, ਉੱਥੋਂ ਤੁਸੀਂ ਪੜ੍ਹ ਲਓਗੇ। ਆਪਾਂ ਹੁਣ ਆਪਣੇ ਚੈਪਟਰ ਦੀ ਗੱਲ ਕਰਦੇ ਹਾਂ, ਜਿਹੜਾ ਚੈਪਟਰ ਦਾ ਨਾਮ ਹੈ ਬੁੱਝਣ ਵਾਲੀਆਂ ਬਾਤਾਂ, ਠੀਕ ਹੈ। ਇਹਨਾਂ ਨੂੰ ਬੁਝਾਰਤਾਂ ਵੀ ਕਹਿੰਦੇ ਆ, ਔਰ ਪੰਜਾਬੀ ਜਿਹੜੀ ਭਾਸ਼ਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਬਾਤਾਂ ਕਹਿ ਦਿੰਦੇ ਹਾਂ, ਲੇਕਿਨ ਬਾਤਾਂ ਲਮੇਰੀਆਂ ਨਹੀਂ, ਸਗੋਂ ਬੁੱਝਣ ਵਾਲੀਆਂ। ਮੈਂ ਇਸ ਚੈਪਟਰ ਦੀ ਜੇ ਮੁੱਖ ਜੇ ਗੱਲ ਕਰਾਂ, PDF ਤੋਂ ਸਾਰਾ ਚੈਪਟਰ ਤੁਸੀਂ ਪੜ੍ਹ ਲਿਓ। ਮੁੱਖ ਤੌਰ 'ਤੇ ਸਾਨੂੰ ਇਸ ਚੈਪਟਰ ਦੇ ਵਿੱਚ ਬੱਚੇ ਪੰਜਾਬੀ ਬੁਝਾਰਤਾਂ ਦਾ ਸਰੂਪ ਕੀ ਹੈ, ਸਰੂਪ ਤੋਂ ਭਾਵ ਹੁੰਦਾ ਬਣਤਰ, ਕਿ ਪੰਜਾਬੀ ਬੁਝਾਰਤਾਂ ਕਿਸ ਟਾਈਪ ਦੀਆਂ ਹੁੰਦੀਆਂ ਨੇ, ਕਿਸ ਤਰੀਕੇ ਨਾਲ ਇਹਨਾਂ ਦੀ ਬਣਤਰ ਸਾਹਮਣੇ ਆਉਂਦੀ ਹੈ, ਭਾਵ ਕਿਸ ਤੋਂ ਪਤਾ ਲੱਗ ਜਾਂਦਾ ਹੈ ਸਾਨੂੰ ਕਿ ਇਹ ਪੰਜਾਬੀ ਬੁਝਾਰਤ ਹੈ। ਦੂਸਰਾ, ਇਸ ਚੈਪਟਰ ਦਾ ਮੰਤਵ ਆ ਜਿਹੜਾ ਉਹ ਪੰਜਾਬੀ ਬੁਝਾਰਤਾਂ ਦਾ ਨੂੰ ਪੇਸ਼ ਕਰਨ ਦਾ ਕੀ ਮੰਤਵ ਰਿਹਾ ਹੈ, ਠੀਕ ਆ। ਔਰ ਤੀਸਰਾ, ਇਸ ਚੈਪਟਰ ਸਾਡੇ ਸਾਹਮਣੇ ਗੱਲ ਆਉਣੀ ਹੈ ਸੱਭਿਆਚਾਰਕ ਸਾਰਥਿਕਤਾ, ਕਿ ਸੱਭਿਆਚਾਰ ਵਿੱਚ ਪੰਜਾਬੀ ਬੁਝਾਰਤਾਂ ਦਾ ਕੋਈ ਸਾਰਥਿਕ ਪਹਿਲੂ ਹੈ ਜਾਂ ਇਹ ਹੁਣ ਛੱਡਣਯੋਗ ਨੇ, ਠੀਕ ਆ। ਇਸ ਤਰ੍ਹਾਂ ਆਪਾਂ 3 ਪਹਿਲੂਆਂ 'ਤੇ ਗੱਲ ਇਸ ਚੈਪਟਰ ਦੇ ਵਿੱਚ ਕਰਨ ਜਾ ਰਹੇ ਹਾਂ, ਠੀਕ ਆ। ਜੇ ਸਰੂਪ ਦੀ ਗੱਲ ਕਰੀਏ ਬੱਚੇ, ਤਾਂ ਇਹ ਜਿਹੜੀਆਂ ਹੁੰਦੀਆਂ ਨੇ ਇੱਕ ਪ੍ਰਸ਼ਨ ਮੂਲਕ ਇਹਨਾਂ ਦੀ ਬਣਤਰ ਹੁੰਦੀ ਹੈ, ਭਾਵ ਇੱਕ ਜਣਾ ਬਾਤ ਬੁਝਾਰਤ ਪਾਉਂਦਾ ਹੈ ਅਤੇ ਦੂਜੇ ਨੂੰ ਉਸਦੀ ਕਿਊਰੀਓਸਿਟੀ ਹੁੰਦੀ ਹੈ ਉਹਦਾ ਆਨਸਰ ਦੇਣ ਦੀ, ਠੀਕ ਆ। ਔਰ ਜਦੋਂ ਦੋ ਲਾਈਨਾਂ ਦੀਆਂ 2 ਪੰਕਤੀਆਂ ਦੀਆਂ ਜਦੋਂ ਬੁਝਾਰਤ ਸਾਹਮਣੇ ਆਉਂਦੀ ਆ, ਤਾਂ ਸੰਕੇਤ ਰੂਪ ਵਿੱਚ ਉਹਦੇ ਵਿੱਚ ਉਹਦਾ ਆਨਸਰ ਵੀ ਹੁੰਦਾ ਹੈ, ਭਾਵ ਜਿਹੜਾ ਬਾਤ ਪਾ ਰਿਹਾ ਹੁੰਦਾ ਹੈ ਲੁਪਤ ਰੂਪ ਵਿੱਚ, ਗੁੱਝੇ ਰੂਪ ਵਿੱਚ ਉਹਦਾ ਆਨਸਰ ਵੀ ਉਹਦੇ ਵਿੱਚ ਸਮਾਇਆ ਹੋਇਆ ਹੁੰਦਾ ਹੈ, ਜਿਹੜਾ ਕਿ ਜਿਹੜਾ ਸੁਣ ਰਿਹਾ ਹੁੰਦਾ, ਜਿਹਨੇ ਆਨਸਰ ਕਰਨਾ ਹੁੰਦਾ ਹੈ, ਉਹਨੂੰ ਜੇ ਥੋੜ੍ਹੀ ਉਹ ਨੌਲੇਜ ਰੱਖਦਾ ਹੋਵੇ ਤਾਂ ਉਹਨੂੰ ਵਿੱਚੋਂ ਹੀ ਉਹਦੇ ਬੁਝਾਰਤ ਦੇ ਵਿੱਚੋਂ ਹੀ ਉਹਦਾ ਜਿਹੜਾ ਹੈ ਉੱਤਰ ਵੀ ਮਿਲ ਜਾਂਦਾ ਹੈ, ਠੀਕ ਆ। ਮੰਤਵ ਦੀ ਗੱਲ ਕਰੀਏ, ਸਰੂਪ ਤਾਂ ਇਸ ਤਰ੍ਹਾਂ ਦਾ ਹੋ ਗਿਆ। ਬੁਝਾਰਤਾਂ ਲੋਕ ਸਮੂਹ ਦੇ ਵਸਤੂ ਗਿਆਨ ਨੂੰ ਪ੍ਰਚੰਡ ਕਰਨ ਲਈ ਅਤੇ ਬੁੱਧੀ ਨੂੰ ਤੇਜ਼ ਕਰਨ ਲਈ ਬਣਾਈਆਂ ਗਈਆਂ, ਠੀਕ ਆ। ਵਸਤੂ ਗਿਆਨ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਅੱਖਾਂ ਦੂਰ ਤੱਕ ਜਿੱਥੋਂ ਤੱਕ ਜਾਂਦੀਆਂ, ਦਿਸ ਹੱਦੇ ਤੱਕ ਜਿੱਥੋਂ ਤੱਕ ਅਸੀਂ ਦੇਖਣ ਦੇ ਯੋਗ ਹੁੰਦੇ ਹਾਂ, ਉਹ ਸਾਰੇ ਜੋ ਚੀਜ਼ਾਂ ਖਿਲਰੀਆਂ ਪੁਲਰੀਆਂ ਪਈਆਂ ਹੁੰਦੀਆਂ ਨੇ ਉਹ ਵਸਤੂ ਹੁੰਦੇ ਨੇ। ਤਾਂ ਮਨੁੱਖ ਦੀ ਇੱਕ ਜਿਹੜੀ ਹੈ ਲਾਲਸਾ ਹੁੰਦੀ ਹੈ, ਜਾਂ ਮਨੁੱਖ ਨੂੰ ਇੱਕ ਸ਼ੌਂਕ ਹੁੰਦਾ ਹੈ ਆਪਣੇ ਵਸਤੂ ਗਿਆਨ ਨੂੰ ਸਮਝਣ ਦਾ ਜਾਂ ਦੇਖਣ ਦਾ, ਠੀਕ ਆ। ਤਾਂ ਜਿੰਨਾ ਕੁ ਵਸਤੂਆਂ ਉਹ ਜਾਣਦਾ ਹੈ, ਭਾਵ ਜਿਹੜੇ ਨੇ ਬੁਝਾਰਤਾਂ ਬਾਤਾਂ ਬਣਾਈਆਂ ਮੰਨ ਲਓ ਵੱਧ ਜਾਣਦਾ ਹੈ, ਤਾਂ ਉਹ ਉਸ 'ਤੇ ਇੱਕ ਪ੍ਰਸ਼ਨੋਤਰੀ ਬਣਾਉਂਦਾ ਹੈ, ਤਾਂ ਦੂਜਾ ਉਹਦਾ ਆਨਸਰ ਕਰਦਾ ਹੈ, ਭਾਵ ਕਿ ਇੱਕ ਜਾਣਨ ਵਾਲਾ ਦੂਜੇ ਨੂੰ ਆਪਦੇ ਵਸਤੂ ਜਗਤ ਬਾਰੇ ਜਾਣੂ ਕਰਾਉਂਦਾ ਹੈ, ਤਾਂ ਦੂਜਾ ਵੀ ਫਿਰ ਉਸ ਚੀਜ਼ ਨੂੰ, ਉਸ ਵਸਤੂ ਨੂੰ ਸਿੱਖ ਜਾਂਦਾ ਹੈ, ਸਮਝ ਜਾਂਦਾ ਹੈ, ਠੀਕ ਆ। ਤਾਂ ਇਹਨਾਂ ਦਾ ਸਰੂਪ ਹੋ ਗਿਆ ਇੱਕ ਗੁੰਝਲਦਾਰ, ਪ੍ਰਸ਼ਨ ਉੱਤਰ ਵਾਲੀਆਂ, ਔਰ ਸੰਕੇਤ ਰੂਪ ਵਿੱਚ ਆਨਸਰ ਇਹਦੇ ਵਿੱਚ ਹੀ ਹੁੰਦਾ, ਠੀਕ ਆ, ਲੁਪਤ ਹੁੰਦਾ ਗਾ, ਗੁੱਝਿਆ ਹੋਇਆ ਹੁੰਦਾ, ਛੁਪਿਆ ਹੋਇਆ ਹੁੰਦਾ। ਔਰ ਮੰਤਵ ਹੋ ਗਿਆ ਵਸਤੂ ਗਿਆਨ ਨੂੰ ਪ੍ਰਚੰਡ ਕਰਨਾ ਅਤੇ ਬੁੱਧੀ ਨੂੰ ਚਮਕਾਉਣਾ। ਜਦੋਂ ਇੱਕ ਕੁਐਸਚਨ ਕਰੇਗਾ, ਦੂਜਾ ਆਨਸਰ ਕਰਨ ਵਾਸਤੇ ਆਪਦੇ ਦਿਮਾਗ 'ਤੇ ਜ਼ੋਰ ਪਾਏਗਾ, ਪ੍ਰੈਸ਼ਰ ਪਾਏਗਾ, ਤਾਂ ਉਹਦਾ ਦਿਮਾਗ ਜਿਹੜੀ ਸੋਚਣ ਸ਼ਕਤੀ ਆ ਉਹ ਵੀ ਤੇਜ਼ ਹੋਵੇਗੀ, ਠੀਕ ਆ। ਤਾਂ ਜਿਹੜੀ ਇਹਦੀ ਸਾਰਥਿਕਤਾ ਦੀ ਗੱਲ ਕਰੀਏ, ਆਪਾਂ ਜਿਹੜੇ 3 ਪਹਿਲੂ ਬਣਾਏ ਆ, ਤਾਂ ਸਾਰਥਿਕ ਇੰਨੀਆਂ ਨੇ ਕਿ ਇਹਨਾਂ ਦੀ ਹੋਂਦ ਦੇ ਜੇ ਪ੍ਰਮਾਣ ਦੀ ਗੱਲ ਕਰੀਏ, ਪ੍ਰੂਫ ਦੀ ਗੱਲ ਕਰੀਏ, ਸਬੂਤ ਦੀ ਗੱਲ ਕਰੀਏ, ਤਾਂ ਉਹ ਵੇਦ ਮੰਤਰਾਂ ਵਿੱਚ, ਬਾਈਬਲ ਵਿੱਚ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਨਾਂ ਦੇ ਸੰਕੇਤ ਆ ਜਾਂ ਪ੍ਰਮਾਣ ਆ ਜਿਹੜੇ ਸਾਨੂੰ ਮਿਲਦੇ ਨੇ, ਠੀਕ ਆ। ਤਾਂ ਹੁਣ ਤੁਹਾਡੇ ਸਾਹਮਣੇ ਚੈਪਟਰ ਆ ਗਿਆ। ਤਾਂ ਚੈਪਟਰ ਦੇ ਵਿੱਚ ਜਿਹੜੀਆਂ ਬੁਝਾਰਤਾਂ ਦੀ ਗੱਲ ਆ, ਬੁਝਾਰਤਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਦੀ ਗੱਲ ਕਰੀਏ ਇੰਨੀਆਂ ਜ਼ਿਆਦਾ ਨੇ, ਜਿਨ੍ਹਾਂ ਵਿੱਚ ਪੰਜਾਬੀ ਸਮਾਜ, ਸੱਭਿਆਚਾਰ, ਇਤਿਹਾਸ, ਭਾਸ਼ਾ, ਵਿਗਿਆਨ ਆਦਿ ਦੇ ਤੱਤ ਸਮੋਏ ਹੋਏ ਨੇ, ਠੀਕ ਆ। ਔਰ ਸਰੀਰ ਦੇ ਅੰਗਾਂ 'ਤੇ, ਫਸਲਾਂ 'ਤੇ, ਬਨਸਪਤੀ 'ਤੇ, ਜੀਵ ਜੰਤੂਆਂ 'ਤੇ, ਘਰੇਲੂ ਵਸਤਾਂ 'ਤੇ, ਭਿੰਨ ਭਿੰਨ ਧੰਦਿਆਂ 'ਤੇ, ਸੰਦਾਂ 'ਤੇ, ਵਿਗਿਆਨਕ ਕਾਢਾਂ 'ਤੇ, ਸਾਰੇ ਕਿਤੇ ਸਾਨੂੰ ਬੜੀਆਂ ਪਿਆਰੀਆਂ ਪਿਆਰੀਆਂ ਔਰ ਸੋਝ ਭਰਪੂਰ ਬੁਝਾਰਤਾਂ ਮਿਲ ਜਾਣਗੀਆਂ, ਭਾਵ ਇਹਨਾਂ ਦਾ ਜਿਹੜਾ ਖੇਤਰ ਹੈ ਉਹ ਬੜਾ ਹੀ ਵਿਸ਼ਾਲ ਹੈ, ਠੀਕ ਆ। ਇਹ ਚੈਪਟਰ ਬਾਰੇ ਹੈ। ਹੁਣ ਚੈਪਟਰ ਵਿੱਚ ਜਿਹੜੀਆਂ ਮੁੱਖ ਚੀਜ਼ਾਂ ਨੇ, ਵੈਸੇ ਤਾਂ ਸਾਰਾ ਤੁਸੀਂ ਪੜ੍ਹੋਗੇ, ਤੁਹਾਨੂੰ ਉਹਦਾ ਸਾਰ ਅਤੇ ਉਹਦੀ ਰੀਡਿੰਗ ਦਾ ਪਤਾ ਹੋਣਾ ਚਾਹੀਦਾ ਗਾ, ਲੇਕਿਨ ਜਿਹੜੀਆਂ ਮੁੱਖ ਗੱਲਾਂ ਨੇ ਉਹ ਤੁਹਾਨੂੰ ਥੋੜ੍ਹੀਆਂ ਜਿਹੀਆਂ ਮੈਂ ਹੋਰ ਹਾਈਲਾਈਟ ਕਰ ਦਿੰਦੀ ਹਾਂ।
ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਤਨ, ਜਿੰਨਾ ਜਦੋਂ ਮਾਨਵ ਹੋਂਦ ਵਿੱਚ ਆਇਆ, ਠੀਕ ਆ, ਚੌਪਾਏ ਮਤਲਬ ਜਾਨਵਰ ਤੋਂ ਦੁਪਾਇਆ ਮਨੁੱਖ ਆ ਜਿਹੜਾ ਹੋਂਦ ਵਿੱਚ ਆਇਆ, ਡਾਰਵਿਨ ਦਾ ਸਿਧਾਂਤ ਦੀ ਗੱਲ ਕਰੀਏ ਜਾਂ ਆਪਾਂ ਮਨੁੱਖੀ ਇਤਿਹਾਸ ਦੀ ਗੱਲ ਕਰੀਏ, ਤਾਂ ਕਹਿੰਦੇ ਬੁਝਾਰਤਾਂ ਵੀ ਨਾਲ ਹੀ ਉਦੋਂ ਹੀ ਪੈਦਾ ਹੋ ਗਈਆਂ ਸੀ। ਠੀਕ ਆ, ਇਹ ਸਾਰੇ ਸੰਸਾਰ ਦੀਆਂ ਬੋਲੀਆਂ ਅਤੇ ਭਾਸ਼ਾਵਾਂ ਵਿੱਚ ਉਪਲਬਧ ਹਨ। ਜਿਹੜੀ ਵੱਡੀ ਗੱਲ ਹੈ, ਇਕੱਲੀਆਂ ਪੰਜਾਬ ਦੀ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਹੀ ਬੁਝਾਰਤਾਂ ਪ੍ਰਚਲਿਤ ਰਹੀਆਂ ਜਾਂ ਹਨ ਹੁਣ, ਸਗੋਂ ਸਾਰੇ ਸੰਸਾਰ ਵਿੱਚ ਔਰ ਇਹ ਸਾਰੀਆਂ ਭਾਸ਼ਾਵਾਂ ਵਿੱਚ ਬੁਝਾਰਤਾਂ ਮਿਲਦੀਆਂ ਨੇ। ਬਹੁਤ ਵੱਡੀ ਗੱਲ ਹੈ ਇਹ। ਠੀਕ ਆ, ਅੰਗਰੇਜ਼ੀ ਵਿੱਚ ਹੈ, ਸਿੰਧੀ ਵਿੱਚ ਹੈ ਜਾਂ ਹਿੰਦੀ ਵਿੱਚ ਹੈ, ਉਰਦੂ ਵਿੱਚ ਹੈ, ਚੀਨੀ ਵਿੱਚ ਹੈ, ਪਸ਼ਤੋ ਵਿੱਚ ਹੈ, ਬੰਗਾਲੀ ਵਿੱਚ ਹੈ, ਸੰਸਕ੍ਰਿਤ ਵਿੱਚ ਹੈ, ਫਾਰਸੀ ਵਿੱਚ ਹੈ। ਠੀਕ ਆ, ਅਰਬੀ ਵਿੱਚ ਹੈ। ਭਾਵ ਬਹੁਤ ਸਾਰੀਆਂ ਭਾਸ਼ਾਵਾਂ, ਜਦੋਂ ਆਪਾਂ ਵਿਸ਼ਵ ਲੈਵਲ ਦੀਆਂ ਭਾਸ਼ਾਵਾਂ ਦੀ ਗੱਲ ਕਰ ਲਈ ਤਾਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਬੁਝਾਰਤਾਂ ਸ਼ਾਮਲ ਹਨ। ਔਰ ਹੋਰ ਗੱਲ ਜਿਹੜੀ ਉਭਾਰਨ ਵਾਲੀ ਹੈ ਕਿ ਭਾਰਤ ਵਿੱਚ ਬੁਝਾਰਤਾਂ ਪਾਉਣ ਅਤੇ ਬੁੱਝਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹ ਨਿਆਣਿਆਂ ਅਤੇ ਸਿਆਣਿਆਂ ਦੀ ਬੁੱਧੀ ਸੰਗਰਾਮ ਦੇ ਸਾਂਝੇ ਅਖਾੜੇ ਦੇ ਰੂਪ ਵਿੱਚ ਪ੍ਰਚਲਿਤ। ਨਿਆਣੇ ਵੀ ਇਹਨੂੰ ਇੰਜੋਏ ਕਰਦੇ ਆ, ਸਿਆਣੇ ਵੀ ਕਰਦੇ ਨੇ। ਅਖਾੜੇ ਤੋਂ ਭਾਵ ਆ ਕਿ ਜਿਹੜਾ ਪਰਿਵਾਰ ਹੈ ਉਹ ਮਿਲ ਕੇ ਬੈਠਾ, ਇੱਕ ਨੇ ਬਾਤ ਪਾਈ, ਦੂਜੇ ਨੇ ਉਹਦਾ ਆਨਸਰ ਕੀਤਾ, ਨਾਲ ਨਾਲ ਇੱਕ ਤਰ੍ਹਾਂ ਨਾਲ ਜਿਹੜਾ ਹੈ ਆਪਸ ਵਿੱਚ ਸਾਂਝ ਵਾਲਾ ਰਿਸ਼ਤਾ ਹੋ ਰਿਹਾ ਹੈ, ਅਤੇ ਨਾਲ ਨਾਲ ਹੀ ਨਿਆਣੇ ਨੂੰ ਸਿਆਣੇ ਤੋਂ ਸੂਝ ਮਿਲ ਰਹੀ ਹੈ ਔਰ ਉਹਦਾ ਵਸਤੂ ਜਗਤਾ ਜਾਂ ਉਹਦੀ ਬੁੱਧੀ ਹੈ ਜਿਹੜੀ ਉਹ ਪਹਿਲਾਂ ਨਾਲੋਂ ਬੈਟਰ ਬਣ ਰਹੀ ਆ। ਠੀਕ ਆ, ਫਿਰ ਚੈਪਟਰ 'ਚ ਜਿਹੜੀ ਖਾਸ ਗੱਲ ਆਏਗੀ ਮੈਂ ਬੁਝਾਰਤਾਂ ਦੀ ਗੱਲ ਹੀ ਕਰਾਂਗੀ। ਠੀਕ ਆ, ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ, ਜਿਵੇਂ ਹੁਣ ਪੰਜਾਬੀ ਦੀ ਪਹਿਲਾਂ ਆਪਾਂ ਸੰਸਾਰ ਦੀ ਗੱਲ ਕੀਤੀ ਜਾਂ ਸਾਰੀ ਭਾਸ਼ਾਵਾਂ ਦੀ ਕੀਤੀ ਜਾਂ ਮਾਨਵ ਸੰਸਾਰ ਦੀ ਗੱਲ ਕੀਤੀ। ਠੀਕ ਆ, ਹੁਣ ਅਸੀਂ ਆਦੀ ਪੰਜਾਬੀ ਭਾਸ਼ਾ 'ਤੇ ਆ ਗਏ ਕਿ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਨੇ ਜਿਹੜੀਆਂ ਕਿ ਸੋਝ ਭਰਪੂਰ ਨੇ, ਅਦਭੁਤ ਨੇ, ਰਸੀਲੀਆਂ ਨੇ, ਵੰਨ-ਸਵੰਨੀਆਂ ਨੇ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਵਿੱਚ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ। ਬਹੁਤ ਵੱਡੀ ਗੱਲ ਆ ਬੱਚੋ ਕਿ ਕੋਈ ਸਾਡੀ ਜ਼ਿੰਦਗੀ ਦਾ ਅਜਿਹਾ ਪਹਿਲੂ ਨਹੀਂ ਹੈ ਜਿਹਦੇ ਵਿੱਚ ਕੋਈ ਬੁਝਾਰਤ ਕਦੀ ਨਾ ਬਣੀ ਹੋਵੇ। ਭਾਵ ਹਰ ਪਹਿਲੂ ਨੂੰ ਇਹ ਪੇਸ਼ ਕਰਨ ਦੇ ਸਮਰੱਥ ਨੇ। ਮਨੁੱਖੀ ਸਰੀਰ ਦੇ ਅੰਗਾਂ ਦੀ ਗੱਲ ਕਰ ਲਓ, ਪ੍ਰਕਿਰਤੀ ਦੀ ਕਰ ਲਓ, ਫਸਲਾਂ ਦੀ ਕਰ ਲਓ, ਬਨਸਪਤੀ ਦੀ ਕਰ ਲਓ, ਜੀਵ ਜੰਤੂਆਂ ਦੀ ਕਰ ਲਓ, ਘਰੇਲੂ ਵਸਤਾਂ ਦੀ ਕਰ ਲਓ, ਭਿੰਨ ਭਿੰਨ ਧੰਦਿਆਂ ਦੀ ਕਰ ਲਓ, ਸੰਦਾਂ ਦੀ ਕਰ ਲਓ, ਵਿਗਿਆਨਕ ਕਾਢਾਂ ਦੀ ਕਰ ਲਓ, ਤਾਂ ਸਾਰਿਆਂ 'ਤੇ ਸਾਨੂੰ ਕੋਈ ਨਾ ਕੋਈ ਬੁਝਾਰਤਾਂ ਮਿਲ ਜਾਣਗੀਆਂ। ਉਦਾਹਰਨਾਂ ਨੇ ਤੁਹਾਡੇ ਸਾਹਮਣੇ। ਅੱਖਾਂ, ਜਿਹਦੀ ਆਨਸਰ ਅੱਖਾਂ ਗੀ, ਉਹਦੇ 'ਤੇ ਕੀ ਬਣੀ ਆ? ਦੋ ਕਬੂਤਰ ਜੱਕਾ ਜੋੜੀ, ਰੰਗ ਉਹਨਾਂ ਦੇ ਕਾਲੇ, ਨਾ ਕੁਝ ਖਾਵਣ ਨਾ ਕੁਝ ਪੀਵਣ, ਰੱਬ ਉਹਨਾਂ ਨੂੰ ਪਾਲੇ। ਜੇ ਆਪਾਂ ਸ਼ੁਰੂ 'ਚ ਇਹਦੇ ਸਰੂਪ ਦੀ ਗੱਲ ਕੀਤੀ ਸੀ, ਬਣਤਰ ਦੀ ਗੱਲ ਕੀਤੀ ਸੀ ਕਿ ਜਿਹੜਾ ਬਾਤ ਬੁਝਾਰਤ ਪਾ ਰਿਹਾ ਹੁੰਦਾ ਹੈ ਉਹਦੇ ਵਿੱਚ ਹੀ ਉਹਦਾ ਆਨਸਰ ਵੀ ਸੁਣਨ ਵਾਲੇ ਨੂੰ ਮਿਲ ਜਾਂਦਾ ਹੈ। ਤਾਂ ਹੁਣ ਇਹਦਾ ਆਨਸਰ ਸਾਨੂੰ ਪਤਾ ਹੈ ਅੱਖਾਂ ਗੀ। ਤਾਂ ਜਿਹੜਾ ਬਾਤ ਪਾਉਣ ਵਾਲਾ ਉਹਨੇ ਦੋ ਕਬੂਤਰ ਕਹਿਤੇ, ਜੱਕਾ ਜੋੜੀ ਹੈ, ਦੋਨਾਂ ਦਾ ਮੇਲ ਹੈ, ਇਕੱਠੇ ਨੇ, ਰੰਗ ਉਹਨਾਂ ਦਾ ਕਾਲਾ, ਨੋਰਮਲ ਅੱਖਾਂ ਦਾ ਰੰਗ ਕਾਲਾ ਹੁੰਦਾ ਗਾ, ਖਾਂਦੇ ਪੀਂਦੇ ਨਹੀਂ, ਅਤੇ ਰੱਬ ਨੇ ਪਾ ਲਿਆ, ਕੁਦਰਤ ਨੇ ਸਾਨੂੰ ਦਿੱਤੇ ਨਹੀਂ। ਠੀਕ ਹੈ, ਵਿੱਚ ਹੀ ਇਹਨਾਂ ਦਾ ਆਨਸਰ ਵੀ ਹੈ। ਦੂਸਰੀ ਉਦਾਹਰਨ ਹੈ ਗੂੜੀ ਨੀਂਦ ਦੀ। ਹਰੀ ਹਰੀ ਗੰਦਲ ਬੜੀਓ ਮਿੱਠੀ, ਆਉਂਦੀ ਹੈ ਪਰ ਕਿਸੇ ਨਾ ਡਿੱਠੀ। ਠੀਕ ਆ, ਇਹਦੇ ਵਿੱਚ ਵੀ ਆਨਸਰ ਸਮਾਇਆ ਹੋਇਆ ਹੈ। ਕਪਾਹ ਬਾਰੇ ਹੈ। ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ, ਬਾਪੂ ਨੇ ਅੱਖ ਮਟਕਾਈ ਵਿੱਚੋਂ ਦਾਦੀ ਨਿਕਲ ਆਈ। ਠੀਕ ਆ। ਲਾਲ ਮਿਰਚਾਂ ਬਾਰੇ ਹੈ। ਲਾਲ ਸੂਹੀ ਪੋਟਲੀ, ਮੈਂ ਵੇਖ ਵੇਖ ਖੁਸ਼ ਹੋਈ, ਹੱਥ ਲੱਗਾ ਤੇ ਪਿੱਟਣ ਲੱਗੀ, ਨੀ ਅੰਮਾ ਮੈਂ ਮੂਈ। ਠੀਕ ਆ, ਖਾਣ 'ਤੇ ਆਪਾਂ ਨੂੰ ਆਪਣਾ ਜਿਹੜਾ ਹਾਲ ਆ ਬੁਰਾ ਹੋ ਜਾਂਦਾ ਹੈ, ਉਹ ਇਹਦੇ ਵਿੱਚ ਸਮਾਇਆ ਹੋਇਆ ਹੈ। ਇਸ ਤਰ੍ਹਾਂ ਤੁਹਾਡੇ ਸਾਹਮਣੇ ਚਿਬੜਾਂ ਦੀ ਬੇਲ ਦੇ, ਅੰਬਾਂ ਬਾਰੇ, ਗੋਲ ਗੋਲ ਸੰਗਤਰਿਆਂ ਬਾਰੇ, ਅੱਗ ਬਾਲਣ ਬਾਰੇ, ਬਰਸਾਤ ਬਾਰੇ, ਭੂੰਡਾਂ ਦੇ ਖੱਖਰ ਬਾਰੇ, ਦੀਵੇ ਬਾਰੇ, ਜੰਦਰਾ ਕੁੰਜੀ ਬਾਰੇ। ਇੱਥੇ ਹੀ ਬਸ ਨਹੀਂ, ਬਾਪੂ ਦੇ ਕੰਨ 'ਚ ਬੇਬੇ ਵੜ ਗਈ। ਠੀਕ ਆ। ਅੱਗੋਂ ਅਗਲਾ ਘੱਗਰੇ ਦਾ ਕਿਆਸ ਕਰਕੇ ਨਹਿਲੇ 'ਤੇ ਦਹਿਲਾ ਮਾਰਦਾ, ਤੇਰੀ ਮਾਂ ਦੀਆਂ ਲੱਤਾਂ 'ਚ ਖੂਹ 'ਚ ਲੱਤਾਂ। ਠੀਕ ਆ। ਜੁੱਤੀ ਬਾਰੇ। ਤਾਂ ਅਖੀਰ 'ਤੇ ਹੈ ਕਿ ਪੰਜਾਬੀ ਬੁਝਾਰਤਾਂ ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ, ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਰੱਖਦੀਆਂ। ਸਦੀਆਂ ਪੁਰਾਣੇ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਇਹਨਾਂ ਵਿੱਚ ਸਮੋਇਆ ਪਿਆ ਹੈ। ਅਖੀਰ 'ਤੇ ਆਪਦੇ ਵਿਸ਼ੇ ਨੂੰ ਹੁਣ ਨਾਲ ਟਿਕਾਉਣ ਵਾਸਤੇ ਕਿ ਜਿਹੜਾ ਹੁਣ ਦਾ ਸਮਾਂ ਹੈ ਵਿਗਿਆਨ ਦੀ ਪ੍ਰਗਤੀ
ਪ੍ਰਗਤੀ ਦੇ ਕਾਰਨ ਮਨੋਰੰਜਨ ਦੇ ਸਾਧਨ ਤਬਦੀਲ ਹੋ ਗਏ ਬਿਜਲਈ ਉਪਕਰਨਾਂ ਕਰਕੇ, ਇਲੈਕਟ੍ਰੋਨਿਕ ਜਿਹੜੀਆਂ ਸਾਡੇ ਕੋਲ ਸਾਜੋ ਸਮਾਨ ਆ ਗਿਆ। ਇਸ ਖੇਤਰ ਕਰਕੇ ਜਿਹੜਾ ਸਾਡਾ ਪੁਰਾਤਨ ਸੱਭਿਆਚਾਰ ਆ ਉਹਦੇ 'ਤੇ ਕਾਫੀ ਅਸਰ ਪਿਆ। ਕਿਹੜੇ ਬਿਜਲਈ ਉਪਕਰਨ ਆ ਗਏ? ਰੇਡੀਓ, ਟੈਲੀਵਿਜ਼ਨ, ਮੋਬਾਈਲ, ਕੇਬਲ ਕਲਚਰ ਆਦਿ ਦੇ ਆਉਣ ਕਰਕੇ ਬਹੁਤ ਹੱਦ ਤੱਕ ਜਿਹੜੇ ਬੁਝਾਰਤਾਂ ਵਾਲਾ ਪੁਰਾਤਨ ਸਾਡਾ ਸੱਭਿਆਚਾਰ ਜਾਂ ਪਰੰਪਰਾ ਸੀ ਉਹ ਖਤਮ ਹੋ ਰਹੀ ਆ। ਇਹਨੂੰ ਸਾਂਭਣ ਦੀ ਲੋੜ ਹੈ। ਇਹ ਪੰਜਾਬੀਆਂ ਦੀ ਮਹਾਨ ਵਿਰਾਸਤ ਦਾ ਬੜਮੁੱਲਾ ਸਰਮਾਇਆ ਹੈ। ਠੀਕ ਆ ਬੱਚੇ, ਇਸ ਤਰ੍ਹਾਂ ਅਸੀਂ ਬੁੱਝਣ ਵਾਲੀਆਂ ਬਾਤਾਂ ਜਿਹੜੀਆਂ ਸੁਖਦੇਵ ਮਾਦਪੁਰੀ ਦਾ ਲਿਖਿਆ ਚੈਪਟਰ ਹੈ, ਇਹਦਾ ਸਾਰ ਅਤੇ ਵਿਸ਼ਾ ਯਾਦ ਕਰ ਲੈਣਾ। ਜਿਹੜੀਆਂ ਇਹਦੀਆਂ ਮੁੱਖ ਗੱਲਾਂ ਸੀਗੀਆਂ, ਜਿਹੜੀਆਂ ਵਿਸ਼ੇਸ਼ ਤੁਹਾਡੇ ਧਿਆਨ 'ਚ ਆਉਣੀਆਂ ਚਾਹੀਦੀਆਂ, ਉਹਨਾਂ 'ਤੇ ਮੈਂ ਤੁਹਾਨੂੰ ਦੱਸ ਦਿੱਤਾ। ਓਕੇ ਬੇਟਾ।